ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਅੱਜ ਵਿਚਾਰ ਕਰਨ ਵਾਸਤੇ ਅਸੀਂ ਜਿਸ ਵਿਸ਼ੇ ਨੂੰ ਚੁਣਿਆ ਹੈ ਉਹ ਹੈ ਚੰਡੀ ਦੀ ਵਾਰ। ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਉਚਾਰੀਆਂ ਬਾਣੀਆਂ ਵਿੱਚੋਂ ਇੱਕ ਬਾਣੀ ਹੈ। ਇਹ ਬਾਣੀ ਜਿੱਥੇ ਪਰਮਾਤਮਾ ਦੀ ਉਸਤਤ ਕਰਦੀ ਹੈ, ਨਾਲ ਹੀ ਵੀਰ ਰਸ ਦੇ ਨਾਲ ਵੀ ਭਰੀ ਹੋਈ ਬਾਣੀ ਹੈ। ਮੁੱਖ ਤੌਰ 'ਤੇ ਇਸ ਬਾਣੀ ਦੇ ਵਿੱਚ ਚੰਡੀ ਭਾਵ ਦੇਵੀ ਅਤੇ ਦੈਂਤਾਂ ਦੇ ਵਿੱਚ ਭਾਰੀ ਯੁੱਧ ਦਾ ਵਰਣਨ ਹੈ। ਅੱਜ ਅਸੀਂ ਇਸ ਦਾ ਇਤਿਹਾਸ ਕੀ ਹੈ ਅਤੇ ਇਹ ਬਾਣੀ ਕਿੱਥੇ ਅਤੇ ਕਿਉਂ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰੀ, ਇਸ ਨੂੰ ਅਸੀਂ ਜਾਣਾਂਗੇ। ਜਦੋਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚ ਰਹਿੰਦੇ ਸੀ, ਤਾਂ ਉਸ ਤੋਂ ਕੁਛ ਹੀ ਦੂਰ 'ਤੇ ਸਥਿਤ ਨੈਣਾ ਦੇ ਟਿੱਲੇ ਦੇ ਉੱਤੇ ਇੱਕ ਨੈਣਾ ਦੇਵੀ ਦਾ ਮੰਦਿਰ ਸੀ। ਉਸ ਜਗ੍ਹਾ ਦੇ ਇੱਕ ਮਹਾਨ ਵਿਦਵਾਨ ਅਤੇ ਉੱਥੋਂ ਦੇ ਪੁਜਾਰੀ ਕੇਸ਼ਵ ਦਾਸ ਜੀ ਸਨ। ਉਸ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਜੇ ਕਿਸੇ ਨੇ ਵੀ ਕਿਸੇ ਦੇ ਨਾਲ ਜ਼ੁਲਮ ਦਾ ਟਾਕਰਾ ਲੈਣਾ ਹੈ ਤਾਂ ਉਹ ਦੁਰਗਾ ਦੇਵੀ ਦੀ ਪੂਜਾ ਕਰੇ ਅਤੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਜਾਏ। ਕਿਉਂਕਿ ਉਸ ਸਮੇਂ ਜ਼ੁਲਮ ਦੀ ਹੱਦ ਜੋ ਸੀ ਬਹੁਤ ਹੀ ਵੱਧ ਚੁੱਕੀ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਸੀ ਉਹ ਵੀ ਇੱਕ ਵੱਖਰਾ ਪੰਥ ਸਜਾਉਣਾ ਚਾਹੁੰਦੇ ਸੀ ਤਾਂ ਕਿ ਜ਼ੁਲਮ ਦੇ ਖਿਲਾਫ ਉਹ ਮੁਕਾਬਲਾ ਕਰ ਸਕਣ। ਉੱਥੇ ਦੇ ਵਿਦਵਾਨ ਜੋ ਕੇਸ਼ਵ ਦਾਸ ਜੀ ਸੀ, ਉਹਨਾਂ ਦਾ ਕਹਿਣਾ ਸੀ ਕਿ ਦੁਰਗਾ ਦੇਵੀ ਦੀ ਪੂਜਾ ਤੁਸੀਂ ਕਰੋ ਅਤੇ ਦੇਵੀ ਨੂੰ ਪ੍ਰਗਟ ਕਰਵਾਓ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛਿਆ ਕਿ ਉਹ ਕਿਵੇਂ ਹੋਏਗਾ। ਪੰਡਤ ਜੀ ਨੇ ਕਿਹਾ ਕਿ ਉਸ ਲਈ ਕੁਝ ਸਮੱਗਰੀ ਲੈ ਕੇ ਆਉਣੀ ਪਏਗੀ ਅਤੇ ਇੱਕ ਹਵਨ ਕਰਾਉਣਾ ਪਏਗਾ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਡਤ ਜੀ ਦੇ ਕਹਿਣ ਦੇ ਅਨੁਸਾਰ ਜੋ ਸਮੱਗਰੀ ਸੀ ਉਹਨਾਂ ਨੂੰ ਮੰਗਵਾ ਕੇ ਦੇ ਦਿੱਤੀ ਅਤੇ ਹਵਨ ਸ਼ੁਰੂ ਕਰਵਾਉਣ ਵਾਸਤੇ ਕਿਹਾ। ਤਾਂ ਪੰਡਤ ਜੀ ਨੇ ਕਿਹਾ ਕਿ ਇਸ ਨੂੰ ਕੁਝ ਸਮੇਂ ਲੱਗੇਗਾ ਅਤੇ ਜਦੋਂ ਕੁਝ ਦਿਨ ਬੀਤ ਜਾਣ ਦੇ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਨੈਣਾ ਦੇਵੀ ਦੇ ਟਿੱਲੇ 'ਤੇ ਜਦੋਂ ਵਾਪਸ ਦੁਬਾਰਾ ਆਏ ਤਾਂ ਪੰਡਤ ਜੀ ਨੂੰ ਪੁੱਛਿਆ ਕਿ ਦੇਵੀ ਜੋ ਹੈ ਪ੍ਰਗਟ ਹੋਈ ਕਿ ਨਹੀਂ। ਉਸ ਸਮੇਂ ਕੇਸ਼ਵ ਦਾਸ ਜੀ ਦਾ ਕਹਿਣਾ ਸੀ ਕਿ ਦੇਵੀ ਨੂੰ ਪ੍ਰਗਟ ਕਰਨ ਦੇ ਲਈ ਤੁਹਾਨੂੰ ਆਪਣੇ ਕਿਸੇ ਪਿਆਰੇ ਦੀ ਬਲੀ ਦੇਣੀ ਹੋਏਗੀ। ਉਹ ਜੋ ਪਿਆਰਾ ਹੈ ਤੁਹਾਡਾ ਹਰਮਨ ਪਿਆਰਾ ਹੋਣਾ ਚਾਹੀਦਾ ਹੈ, ਤੁਹਾਡਾ ਕਰੀਬੀ ਹੋਣਾ ਚਾਹੀਦਾ ਹੈ ਔਰ ਚੰਗੀ ਕਿਰਤ ਵਾਲਾ ਵੀ ਹੋਣਾ ਚਾਹੀਦਾ ਹੈ। ਪੰਡਤ ਜੀ ਦੇ ਕਹਿਣ ਦਾ ਮਤਲਬ ਸੀ ਕਿ ਉਹ ਆਪਣੇ ਹਰਮਨ ਪਿਆਰੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਬਲੀ ਦੇਣ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਸੀ ਉਹ ਜਾਣੀ ਜਾਣ ਸੀ। ਉਹਨਾਂ ਨੇ ਕਿਹਾ ਕਿ ਪੰਡਤ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਉਹ ਜਿਸ ਦੀ ਬਲੀ ਦੇਣੀ ਹੈ ਉਹ ਉੱਚੀ ਕੁਲ ਵਾਲਾ ਹੋਣਾ ਚਾਹੀਦਾ ਹੈ,
ਚੰਗੀ ਕਿਰਤ ਵਾਲਾ ਹੋਣਾ ਚਾਹੀਦਾ ਹੈ, ਮੇਰਾ ਪਿਆਰਾ ਵੀ ਹੋਣਾ ਚਾਹੀਦਾ ਹੈ, ਤਾਂ ਪੰਡਤ ਜੀ ਉਹ ਤਾਂ ਤੁਸੀਂ ਹੀ ਹੋ। ਸੋ ਇਸ ਗੱਲ ਨੂੰ ਸੁਣ ਕੇ ਪੰਡਤ ਜੀ ਨੂੰ ਤਰੇਲੀਆਂ ਪੈ ਗਈਆਂ, ਘਬਰਾਉਣ ਲੱਗ ਗਏ ਅਤੇ ਉਹਨਾਂ ਨੇ ਕਿਹਾ, ਜੇ ਮੇਰੀ ਬਲੀ ਦੇਣੀ ਹੈ ਤਾਂ ਮੈਨੂੰ ਥੋੜ੍ਹਾ ਸਮੇਂ ਦਿਓ ਤਾਂ ਕਿ ਮੈਂ ਇਸ਼ਨਾਨ ਕਰਕੇ ਪਵਿੱਤਰ ਹੋ ਕੇ ਆ ਜਾਵਾਂ। ਗੁਰੂ ਮਹਾਰਾਜ ਨੇ ਕਿਹਾ, ਕੋਈ ਗੱਲ ਨਹੀਂ ਸਤਵਚਨ। ਕੁਝ ਸਮੇਂ ਦੀ ਉਡੀਕ ਤੋਂ ਬਾਅਦ ਜਦੋਂ ਕੇਸ਼ਵ ਦਾਸ ਜੀ ਵਾਪਸ ਨਹੀਂ ਆਏ ਤਾਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਕਿ ਹੁਣ ਕੀ ਹੋਏਗਾ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਜੋ ਵੀ ਸਮੱਗਰੀ ਇਕੱਠੀ ਹੋਈ ਹੈ, ਹਵਨ ਬਲ ਰਿਹਾ ਹੈ, ਉਹ ਸਮੱਗਰੀ ਉਸ ਦੇ ਵਿੱਚ ਪਾ ਦਿੱਤੀ ਜਾਵੇ। ਸਿੱਖਾਂ ਨੇ ਗੁਰੂ ਮਹਾਰਾਜ ਦੇ ਕਹਿਣ ਦੇ ਅਨੁਸਾਰ ਇਹੀ ਕੀਤਾ ਅਤੇ ਜੋ ਅੱਗ ਦੀਆਂ ਲਾਟਾਂ ਸੀ ਉਹ ਇੰਨੀਆਂ ਉੱਚੀਆਂ ਉੱਠੀਆਂ ਕਿ ਆਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਵੀ ਵਿਖਣ ਲੱਗ ਗਈਆਂ। ਅਤੇ ਫਿਰ ਜਦੋਂ ਗੁਰੂ ਮਹਾਰਾਜ ਜੀ ਕਿਲ੍ਹੇ ਦੇ ਵਿੱਚ, ਆਨੰਦਪੁਰ ਸਾਹਿਬ ਦੇ ਜੋ ਕਿਲ੍ਹੇ ਸੀ ਉਹਦੇ ਵਿੱਚ ਜਦੋਂ ਵਾਪਸ ਚਲੇ ਗਏ ਤਾਂ ਉੱਥੇ ਜੋ ਵੀ ਗੁਰੂ ਪਿਆਰੇ ਬੈਠੇ ਸਨ, ਜਿਨ੍ਹਾਂ ਵਿੱਚ ਨਾ ਕੇਵਲ ਸਿੱਖ ਸਗੋਂ ਮੁਸਲਮਾਨ, ਹਿੰਦੂ ਅਤੇ ਹੋਰ ਧਰਮਾਂ ਦੇ ਨਾਲ ਸੰਬੰਧ ਕਰਨ ਵਾਲੇ ਲੋਕ ਵੀ ਸੀ। ਸੋ ਸੰਗਤ ਜੀ, ਜਦੋਂ ਉਹਨਾਂ ਗੁਰੂ ਪਿਆਰੇ ਲੋਕਾਂ ਦੇ ਪੁੱਛਣ ਦੇ ਉੱਤੇ ਕਿ ਹੁਣ ਕੀ ਕਰਨਾ ਚਾਹੀਦਾ ਹੈ, ਤਾਂ ਗੁਰੂ ਸਾਹਿਬ ਜੀ ਨੇ ਉਸ ਸਮੇਂ ਆਪਣੀ ਤਲਵਾਰ ਨੂੰ ਹੱਥ ਪਾਇਆ ਅਤੇ ਆਪਣੇ ਪਿਆਰਿਆਂ ਨੂੰ ਸਮਝਾਉਂਦੇ ਹੋਏ ਇਹ ਦੱਸਿਆ ਕਿ ਹੁਣ ਇਹ ਹੀ ਮੇਰੀ ਚੰਡੀ ਹੈ ਅਤੇ ਇਹ ਹੀ ਮੇਰੀ ਦੁਰਗਾ ਹੈ। ਸੋ ਸੰਗਤ ਜੀ, ਉਸ ਵੇਲੇ ਇਸ ਬਾਣੀ ਦੀ ਰਚਨਾ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਜਿਸ ਵਕਤ ਦੇਵਤਿਆਂ ਔਰ ਰਾਖਸ਼ਾਂ ਦੇ ਵਿੱਚ ਯੁੱਧ ਹੋਇਆ ਤਾਂ ਉਸ ਸਮੇਂ ਉਹਨਾਂ ਨੂੰ ਵੀ ਪਰਮ ਪਿਤਾ ਪਰਮਾਤਮਾ ਤੋਂ ਬਲ ਲੈ ਕੇ ਖੁਦ ਅੱਗੇ ਹੋ ਕੇ ਲੜਨਾ ਪਿਆ ਅਤੇ ਦੁਰਗਾ ਦੇਵੀ ਨੂੰ ਵੀ ਆਪ ਮੈਦਾਨ ਦੇ ਵਿੱਚ ਚੰਡੀ ਬਣ ਕੇ ਲੜਨਾ ਪਿਆ। ਚੰਡੀ ਦੀ ਵਾਰ ਲਿਖਣ ਦਾ ਜੋ ਮੁੱਖ ਕਾਰਨ ਸੀ, ਉਹ ਕਾਇਰਾਂ ਨੂੰ ਸ਼ੂਰਵੀਰ ਅਤੇ ਯੋਧੇ ਬਣਾਉਣਾ ਸੀ। ਗੁਰੂ ਜੀ ਦਾ ਇਸ ਵਾਰ ਰਚਣ ਦਾ ਮਨੋਰਥ ਇਹ ਸੀ ਕਿ ਇਸ ਨੂੰ ਪੜ੍ਹ ਕੇ ਆਮ ਲੋਕਾਂ ਦੇ ਵਿੱਚ ਵੀਰ ਰਸ ਭਰ ਜਾਏ। ਜਿਸ ਸ਼ਬਦਾਵਲੀ ਦਾ ਇਸ ਵਾਰ ਦੇ ਵਿੱਚ ਗੁਰੂ ਜੀ ਨੇ ਪ੍ਰਯੋਗ ਕੀਤਾ ਹੈ, ਉਹ ਸ਼ਬਦਾਵਲੀ ਜੋ ਹੈ ਪੂਰੀ ਤਰ੍ਹਾਂ ਵੀਰ ਰਸ ਦੇ ਨਾਲ ਭਰੀ ਹੋਈ ਹੈ। ਸੋ ਸੰਗਤ ਜੀ, ਇਹ ਸੀ ਚੰਡੀ ਦੀ ਵਾਰ ਬਾਣੀ ਨੂੰ ਰਚਣ ਦਾ ਇਤਿਹਾਸ ਕਿ ਕਿਵੇਂ ਅਤੇ ਕਿੱਥੇ ਅਤੇ ਕਿਉਂ ਇਸ ਬਾਣੀ ਨੂੰ ਰਚਿਆ ਗਿਆ। ਸੰਗਤ ਜੀ, ਕਦੇ ਮੌਕਾ ਮਿਲਿਆ ਇਸ ਬਾਣੀ ਦੇ ਅਰਥਾਂ ਅਤੇ ਇਸ ਦੇ ਵਿੱਚ ਕੀ ਕਹਾਣੀ ਹੈ, ਇਸ ਨੂੰ ਅਸੀਂ ਜ਼ਰੂਰ ਵਿਚਾਰਾਂਗੇ। ਅੱਜ ਦੇ ਵਿਚਾਰ ਦੇ ਵਿੱਚ ਹੋਈਆਂ ਭੁੱਲਾਂ ਨੂੰ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।